जय गुरुजी। शुक्राना गुरुजी। आज से हमने गुरुजी की कृपा से इस चैनल पर गुरुजी की संगत के शुक्राना सत्संग शेयर करना शुरू कर दिया है। तो आप सभी लोग से रिक्वेस्ट है कि पूरा समर्थन करना संगत जी। गुरुजी के ब्लेसिंग से भरपूर पूरा सत्संग सुनना, आधा मत छोड़ना निवेदन है। नहीं तो जो लोगों ने अपना शुक्राना सत्संग शेयर किया है उनकी मेहनत खराब हो जाएगी। और आप सभी सत्संग ज्यादा से ज्यादा लोगों को शेयर करना और लाइक करना और कमेंट भी करना। आप सभी गुरुजी की संगत को करना है। और जिसने भी यह सत्संग पूरा सुन लिया होगा तो कमेंट सेक्शन में लिख दे टुडे गुरुजी शुक्राना सत्संग कंप्लीटेड। तभी ज्यादा लोग तक यह सत्संग जाएगा और उनकी मदद हो पाएगी। और जो संगत ने सब्सक्राइब नहीं किया है वो सब्सक्राइब करे गुरुजी का यह चैनल। चलिए शुरू करते हैं गुरुजी का शुक्राना सत्संग। जय गुरु जी संगत जी। आज मैं अपना शुक्राना सत्संग करन लग गई हाँ। जो गुरु जी ने मैंने सेवा दिती है कि 7 दिन लगातार मैं सत्संग शुक्राना वाला करना है। गुरु जी सब तो पहला संगत जी सब तो पहला तो मैं गुरु जी दा मैं मंत्र जाप करांगी। ओम नमः शिवाय शिव जी सदा सहाय। ओम नमः शिवाय गुरु जी सदा सहाय। जय गुरु जी संगत जी। मैं तुहानू दसना चाहनी हाँ कि गुरु जी ਦੇ ਨਾਲ ਮੈਂ ਕਦੀ ਵੀ ਪਹਿਲਾਂ ਕਨੈਕਟ ਨਹੀਂ ਹੋ ਪਾਈ। ਗੁਰੂ ਜੀ ਦੇ ਵੱਡੇ ਮੰਦਰ ਮੈਂ ਪਹਿਲਾਂ ਵੀ 2 ਵਾਰ ਜਾ ਚੁੱਕੀ ਹਾਂ, ਪਰ ਮੈਂ ਕਦੀ ਵੀ ਮੈਂ ਉਹਨਾਂ ਦੇ ਨਾਲ ਕਨੈਕਟ ਨਹੀਂ ਹੋ ਪਾਈ ਸਾਂ। ਤੇ ਮੈਂ ਆਪਣੀ ਜਰਨੀ ਨੇ ਸ਼ੁਰੂ ਤੋਂ ਦੱਸ ਰਹੀ ਹਾਂ। ਤੇ ਜੁਲਾਈ ਵਿੱਚ ਮੈਨੂੰ ਗੁਰੂ ਜੀ ਦੇ ਜਦ ਵੀ ਮੈਂ YouTube ਓਪਨ ਕਰਨੇ ਸਾਂ, ਮੈਨੂੰ ਗੁਰੂ ਜੀ ਦੇ ਸਤਸੰਗ ਦਿਖਾਈ ਦਿੰਦੇ ਸਨ। ਤੇ ਬਾਰ-ਬਾਰ ਉਹਦੇ ਵਿੱਚ ਇਹੋ ਆਂਦਾ ਸੀ ਕਿ ਕੁੜੀਏ ਤੇਰੇ ਉੱਤੇ ਬਲੈਕ ਮੈਜਿਕ ਹੋਇਆ ਪਿਆ। ਮੈਂ ਇਹ ਵਿਸ਼ਵਾਸ ਨਹੀਂ ਕਰਨੇ ਸਾਂ। ਇਹ ਜੁਲਾਈ 2024 ਦੀ ਗੱਲ ਏ। ਮੈਂ ਕਦੀ ਵੀ ਇਸ ਗੱਲ ਤੇ ਮੈਂ ਵਿਸ਼ਵਾਸ ਨਹੀਂ ਕਰਨੇ ਸਾਂ, ਕਿਉਂਕਿ ਮੈਨੂੰ ਲੱਗਦਾ ਹੀ ਨਹੀਂ ਸੀ ਕਿ ਕਦੀ ਮੇਰੇ ਉੱਤੇ ਬਲੈਕ ਮੈਜਿਕ ਹੋਇਆ ਹੋਇਆ। ਮੈਂ ਕਦੀ ਵੀ ਨਹੀਂ ਭਰੋਸਾ ਕੀਤਾ ਗੁਰੂ ਸਾਹਿਬ ਜੀ ਤੇ। ਪਰ ਗੁਰੂ ਜੀ ਨੇ ਮੈਨੂੰ ਬਲੈਕ ਮੈਜਿਕ ਦੇ ਬਾਰ-ਬਾਰ ਮੈਨੂੰ ਆਂਦੇ ਰਹੇ, ਸਤਸੰਗ ਆਂਦੇ ਰਹੇ। ਮੈਂ 1 ਹਫ਼ਤਾ ਮੈਂ YouTube ਆਪਣਾ ਚਲਾਇਆ ਹੀ ਨਹੀਂ। ਉਸ ਤੋਂ ਬਾਅਦ ਫਿਰ ਮੈਂ ਜਦ ਵੀ ਫਿਰ YouTube ਚਲਾਇਆ ਹਫ਼ਤੇ ਬਾਅਦ, ਤੇ ਫਿਰ ਵੇਖਿਆ, ਫਿਰ ਮੈਨੂੰ ਕੁੜੀਏ ਤੂੰ ਮੇਰੀ ਗੱਲ ਨਹੀਂ ਸੁਣਨੀ, ਕੁੜੀਏ ਤੇਰੇ ਉੱਤੇ ਬਲੈਕ ਮੈਜਿਕ ਹੋਇਆ ਪਿਆ, ਤੇਰੇ ਬੱਚੇ ਤੇ ਹੋਇਆ ਪਿਆ, ਤੇਰੇ ਘਰ ਮਤਲਬ ਬਲੈਕ ਮੈਜਿਕ ਨੈਗੇਟਿਵਿਟੀ ਬਹੁਤ ਹੈ। ਇੰਝ ਕਰਕੇ ਮੈਨੂੰ ਆਉਣ ਲੱਗ ਪਏ। ਤੇ ਮੈਂ ਉਹਨੂੰ ਇੱਕ ਸਤਸੰਗ ਨੂੰ ਮੈਂ ਸੁਣਿਆ ਤੇ ਉਹਦੇ ਵਿੱਚ ਸੱਚਮੁੱਚ ਬਲੈਕ ਮੈਜਿਕ ਦਾ ਹੈਗਾ ਸੀ। ਤੇ ਮੈਨੂੰ ਥੋੜਾ ਜਿਹਾ ਸ਼ੱਕ ਪਿਆ। ਉਹਦੇ ਵਿੱਚ ਗੁਰੂ ਜੀ ਨੇ ਕਿਹਾ ਸੀ ਜਾ ਆਪਣੀ ਅਲਮਾਰੀ ਸਾਫ਼ ਕਰ, ਆਪਣਾ ਇਹ ਸਾਫ਼ ਕਰ, ਆਪਣਾ ਇਹ ਚੀਜ਼ ਦੇਖ। ਤੇ ਉਹਦੇ ਵਿੱਚੋਂ ਲਾਲ ਤੇ ਕਾਲੇ ਤੇ ਧਾਗੇ ਜੋ ਵੀ ਹੈਗੇ ਸਨ ਉਹਨਾਂ ਨੇ ਮੈਨੂੰ ਦੱਸਿਆ, ਤੇ ਮੈਂ ਉਹ ਬਾਹਰ ਕੱਢਦੀ ਰਹੀ। ਤੇ ਉਹਨਾਂ ਨੇ ਇਹ ਵੀ ਕਿਹਾ ਜੇ ਤੇਰੇ ਘਰ ਜਿਹੜਾ ਵੀ ਕੋਈ ਸਿੰਦੂਰ ਪਿਆ ਉਹ ਵੀ ਬਾਹਰ ਕੱਢ ਦੇ, ਜਿਹਦੀ ਵੀ ਦਿੱਤੀ ਹੋਈ ਜੋ ਵੀ ਚੀਜ਼ ਹੈਗੀ ਹੈ ਤੇਰੇ ਕੋਲ ਉਹ ਸਭ ਦੇ ਸਭ ਤੋਂ ਬਾਹਰ ਕੱਢ ਦੇ। ਗੁਰੂ ਜੀ ਧੀਰੇ ਧੀਰੇ ਕੰਮ ਕਰਾਉਂਦੇ ਰਹੇ ਤੇ ਮੈਂ ਵੀ ਕਰਦੀ ਰਹੀ। ਤੇ ਧੀਰੇ ਧੀਰੇ ਮੈਂ ਸਤਸੰਗ ਵੀ ਸੁਣਦੀ ਰਹੀ, ਉਹ ਮੈਨੂੰ ਸਤਸੰਗ ਸੁਣਾਉਂਦੇ ਰਹੇ। ਤੇ ਧੀਰੇ ਧੀਰੇ ਮੇਰਾ ਵਿਸ਼ਵਾਸ ਮੇਰਾ ਪੱਕਾ ਹੁੰਦਾ ਗਿਆ। ਪਰ ਸੰਗਤ ਜੀ ਮੈਂ ਤੁਹਾਨੂੰ ਕੀ ਦੱਸਾਂ, ਚੀਜ਼ਾਂ ਤੇ ਮੈਂ ਬਾਹਰ ਕੱਢਦੀ ਰਹੀ। ਨੈਗੇਟਿਵਿਟੀ ਵੀ ਬਹੁਤ ਸੀ ਮੇਰੇ ਘਰ। ਮੈਂ ਕਦੀ ਵੀ ਮੈਂ ਮੰਦਰ ਜਾਣਾ ਛੱਡ ਦਿੱਤਾ, ਮੈਂ ਗੁਰਦੁਆਰੇ ਜਾਣਾ ਛੱਡ ਦਿੱਤਾ। ਮੇਰਾ ਜਾਣ ਨੂੰ ਦਿਲ ਹੀ ਨਹੀਂ ਕਰਦਾ ਸੀ। ਤੇ ਜਾਂਦੀ ਵੀ ਸਾਂ ਤੇ ਮੇਰੇ ਮੂੰਹ ਮਤਲਬ ਮੇਰੇ ਵਿਚਾਰ ਇੰਨੇ ਮਤਲਬ ਗੰਦੇ ਹੋ ਗਏ ਸਨ ਕਿ ਮੇਰੇ ਮਨ ਵਿੱਚ ਗੰਦੀਆਂ ਗੱਲਾਂ ਆਉਂਦੀਆਂ ਸਨ ਕਿ ਮਤਲਬ ਕਿ ਜੋ ਮੈਨੂੰ ਬਿਲਕੁਲ ਵੀ ਚੰਗੀ ਨਹੀਂ ਲੱਗਦੀਆਂ ਸਨ। ਕਿਸੇ ਦੇ ਵੀ ਬਾਰੇ ਵਿੱਚ ਇਹੋ ਜਿਹੀਆਂ ਗੱਲਾਂ ਆਉਂਦੀਆਂ ਸਨ ਜੋ ਮੈਨੂੰ ਬਿਲਕੁਲ ਵੀ ਚੰਗੀਆਂ ਨਹੀਂ ਲੱਗਦੀਆਂ ਸਨ। ਵਿਚਾਰ ਮੈਨੂੰ ਮਤਲਬ ਜਿਹੜੇ ਵੀ ਸਨ, ਮੈਨੂੰ ਇਹੋ ਕਰਕੇ ਮੈਨੂੰ ਮੰਦਰ ਜਾਣ ਦਾ ਬਿਲਕੁਲ ਦਿਲ ਨਹੀਂ ਕਰਦਾ ਸੀ, ਗੁਰਦੁਆਰੇ ਜਾਣ ਦਾ ਬਿਲਕੁਲ ਮਨ ਨਹੀਂ ਕਰਦਾ ਸੀ। ਮੈਂ ਬਿਲਕੁਲ ਛੱਡ ਦਿੱਤਾ ਸੀ ਜਾਣਾ। ਮੇਰੇ ਅੰਕਲ ਜੀ ਵੀ ਹੈਗੇ ਨੇ, ਉਹ ਬਿਲਕੁਲ ਵੀ ਵਿਸ਼ਵਾਸ ਨਹੀਂ ਕਰਦੇ ਨੇ ਗੁਰੂ ਜੀ ਤੇ। ਪਰ ਮੇਰਾ ਮੁੰਡਾ ਹੈਗਾ, ਛੋਟਾ ਹੈਗਾ, 11 ਸਾਲ ਦਾ ਹੈਗਾ, ਉਹ ਵਿਸ਼ਵਾਸ ਕਰਦਾ ਹੈਗਾ ਗੁਰੂ ਜੀ ਦੇ ਜਿਹੜੇ ਵੀ ਕੋਈ ਸਤਸੰਗ ਇੰਝ ਆਉਂਦੇ ਨੇ ਜਾਂ ਕੁਝ ਗੁਰੂ ਜੀ ਦਾ ਕੋਈ ਟਾਈਟਲ ਜੋ ਵੀ ਹੁੰਦਾ ਮੈਂ ਉਹਨੂੰ ਵਿਖਾਉਂਦੀ ਹਾਂ। ਪਰ ਮੈਂ ਕੀ ਦੱਸਾਂ, ਮੇਰੀ ਤਬੀਅਤ ਨਾ ਦਿਨ ਪ੍ਰਤੀ ਦਿਨ ਖਰਾਬ ਹੁੰਦੀ ਜਾਂਦੀ ਸੀ।
ਮੈਨੂੰ ਬਹੁਤ ਜ਼ਿਆਦਾ ਮੈਨੂੰ ਖਾਂਸੀ ਲੱਗ ਗਈ ਹੋਈ ਸੀ, ਬਿਨਾਂ ਗੱਲ ਤੋਂ ਖਾਂਸੀ ਲੱਗ ਗਈ ਹੋਈ ਸੀ। ਮੈਂ ਕੁਝ ਵੀ ਨਹੀਂ ਖਾਂਦੀ ਸਾਂ ਬਾਹਰ ਦਾ, ਕੁਝ ਵੀ ਨਹੀਂ ਮੈਂ ਇਹੋ ਜਿਹੀ ਕੋਈ ਚੀਜ਼ ਖੱਟੀ ਮੱਠੀ ਖਾਂਦੀ ਜਿਹਦੇ ਕਰਕੇ ਮੈਨੂੰ ਇਹ ਖਾਂਸੀ ਲੱਗੇ। ਫਿਰ ਵੀ ਮੈਨੂੰ ਬਹੁਤ ਖਾਂਸੀ ਲੱਗ ਗਈ ਸੀ ਤੇ ਗੁਰੂ ਜੀ ਨੇ ਇੱਕ ਮੈਨੂੰ ਸਤਸੰਗ ਸੁਣਾਇਆ। ਉਹਦੇ ਵਿੱਚ ਹੈਗਾ ਸੀ ਉਹਦੇ ਵਿੱਚ ਹੈਗਾ ਸੀ ਕਿ ਤੁਲਸੀ ਵਾਲਾ ਪਾਣੀ ਮਤਲਬ ਲੋਟੇ ਨੂੰ ਬਲੈਸ ਕਰਕੇ, ਲੋਟੇ ਨੂੰ ਨਿੰਬੂ ਦੇ ਨਾਲ ਰਾਤੀ ਧੋ ਕੇ ਉਹਦੇ ਵਿੱਚ ਪਾਣੀ ਭਰ ਕੇ ਉਹਦੇ ਵਿੱਚ ਥੋੜਾ ਜਲ ਪ੍ਰਸ਼ਾਦ ਪਾ ਕੇ 2 ਤੁਲਸੀ ਦੇ ਪੱਤੇ ਪਾ ਕੇ ਗੁਰੂ ਜੀ ਦੇ ਸ਼ੀ ਚਰਨਾਂ ਵਿੱਚ ਰੱਖਣਾ ਸੀ। ਤੇ ਮੈਂ ਜਿਹੜਾ ਸਰੂਪ ਮੰਦਰ ਵਿੱਚ ਰੱਖਿਆ ਹੋਇਆ ਗੁਰੂ ਜੀ ਦਾ, ਉੱਥੇ ਮੈਂ ਗੁਰੂ ਜੀ ਦੇ ਚਰਨਾਂ ਵਿੱਚ ਰੱਖ ਦਿੰਦੀ ਸਾਂ ਤੇ ਸਵੇਰੇ ਉਹ ਜਲ ਨੂੰ ਪੀਣਾ ਹੁੰਦਾ ਸੀ ਤੇ ਤੁਲਸੀ ਵੀ ਖਾਣੀ ਹੁੰਦੀ ਸੀ। ਤੇ ਉਵੇਂ ਕਰਕੇ ਮੈਂ ਕਰਦੀ ਰਹੀ ਤੇ ਗੁਰੂ ਜੀ ਦੀ ਕਿਰਪਾ ਦੇ ਕਰਕੇ 5 ਤੋਂ 6 ਦਿਨ ਦੇ ਅੰਦਰ ਅੰਦਰ ਹੀ ਮੇਰੀ ਸਾਰੀ ਦੀ ਸਾਰੀ ਖਾਂਸੀ ਛੂ ਮੰਤਰ ਹੋ ਗਈ। ਕਿਵੇਂ ਚੱਲੀ ਗਈ ਮੈਨੂੰ ਆਪ ਨਹੀਂ ਸਮਝ ਆਇਆ, ਪਰ ਗੁਰੂ ਜੀ ਦੀ ਕਿਰਪਾ ਹੀ ਸੀ ਜੋ ਹੈ ਮੇਰੀ ਖਾਂਸੀ ਬਿਲਕੁਲ ਖਤਮ ਹੋ ਗਈ। ਪਹਿਲਾ ਤੇ ਸਤਸੰਗ ਐਈਓ ਸੀ ਕਿ ਬਲੈਕ ਮੈਜਿਕ ਦਾ, ਤੇ ਦੂਜਾ ਸਤਸੰਗ ਇਹ ਸੀ ਕਿ ਮੇਰੀ ਖਾਂਸੀ ਬਿਲਕੁਲ ਠੀਕ ਕਰਾ ਦਿੱਤੀ। ਤੀਜਾ ਸਤਸੰਗ ਇਹ ਵੇ ਕਿ ਮੈਂ ਜਦ ਵੀ ਰੋਟੀ ਖਾਣੀ ਸਾਂ, ਜਦ ਵੀ ਕੋਈ ਗੋਲੀ ਖਾਣੀ ਸਾਂ, ਕੋਈ ਦਵਾਈ ਖਾਣੀ ਸਾਂ, ਤੇ ਮੈਨੂੰ ਇੰਝ ਲੱਗਦਾ ਸੀ ਜਿਵੇਂ ਮੇਰੇ ਗਲੇ ਵਿੱਚ ਕੋਈ ਚੀਜ਼ ਕੋਈ ਅਟਕਦੀ ਪਈ ਹੈ, ਕੋਈ ਚੀਜ਼ ਮਤਲਬ ਮੇਰੇ ਅੰਦਰ ਮਤਲਬ ਜਾਨ ਨੂੰ ਮਤਲਬ ਕਿ ਦਿੱਕਤ ਹੁੰਦੀ ਸੀ, ਜਿਹਦੇ ਕਰਕੇ ਮਤਲਬ ਮੈਨੂੰ ਲੱਗਦਾ ਸੀ ਕਿ ਮਤਲਬ ਕਿ ਕੁਝ ਦਿੱਕਤ ਹੈ। ਮੈਨੂੰ ਇਹ ਤੇ ਸਮਝ ਆਉਂਦਾ ਸੀ ਕਿ ਕੋਈ ਨਾ ਕੋਈ ਦਿੱਕਤ ਹੈ, ਪਰ ਗੁਰੂ ਜੀ ਨੇ ਮੈਨੂੰ ਕੈਂਸਰ ਦੇ ਮੈਨੂੰ ਬਹੁਤ ਸਾਰੇ ਸਤਸੰਗ ਸੁਣਵਾਏ, ਜਿਹਦੇ ਕਰਕੇ ਮੈਨੂੰ ਥੋੜਾ ਜਿਹਾ ਸ਼ੱਕ ਪਿਆ ਕਿ ਸ਼ਾਇਦ ਕਿਤੇ ਮੈਨੂੰ ਕੈਂਸਰ ਤੇ ਨਹੀਂ ਹੋ ਗਿਆ, ਪਰ ਗੁਰੂ ਜੀ ਨੇ ਇਹ ਸੁਣਵਾਏ ਜਿਹਦੇ ਕਰਕੇ ਹੁਣ ਮੈਂ ਬਿਲਕੁਲ ਠੀਕ ਹਾਂ। ਔਰ ਗੁਰੂ ਜੀ ਨੇ ਮੇਰੀ ਸਾਰੀ ਦਿੱਕਤ ਖਤਮ ਕਰ ਦਿੱਤੀ। ਪਰ ਪਹਿਲਾਂ ਮੈਂ ਚੌਲ ਹੀ ਖਾਂਦੀ ਸਾਂ ਜਾਂ ਦਵਾਈ ਖਾਂਦੀ ਸਾਂ ਜਾਂ ਰੋਟੀ ਦੇ ਟੁਕੜਾ ਵੀ ਖਾਂਦੀ ਸਾਂ ਨਾ, ਤੇ ਉਹ ਵੀ ਮੇਰੇ ਮਤਲਬ ਸੰਗੋ ਲੱਖਦਾ ਸੀ, ਥੱਲੇ ਜਾਂਦਾ ਸੀ, ਤੇ ਮੈਨੂੰ ਮਤਲਬ ਕਿ ਥੋੜਾ ਜਿੰਨਾ ਪਤਾ ਲੱਗਦਾ ਸੀ ਕਿ ਹਾਂ ਵੀ ਮਤਲਬ ਜਿਵੇਂ ਕਿ ਉਹਦੇ ਥੋੜੀ ਦਿੱਕਤ ਹੈਗੀ ਹੈ, ਪਰ ਗੁਰੂ ਜੀ ਨੇ ਉਹ ਮੇਰੀ ਦਿੱਕਤ ਵੀ ਠੀਕ ਕਰ ਦਿੱਤੀ। ਚੌਥੀ ਗੱਲ ਐਵੇਂ ਮੈਨੂੰ ਥਾਇਰਾਇਡ ਹੈਗਾ ਤੇ ਗੁਰੂ ਜੀ ਨੇ ਆਪਣੀ ਕਿਰਪਾ ਦੇ ਕਰਕੇ ਥਾਇਰਾਇਡ ਵੀ ਮੇਰਾ ਠੀਕ ਕਰਾ ਦਿੱਤਾ। ਉਹਦੇ ਵੀ ਗੁਰੂ ਜੀ ਨੇ ਮੈਨੂੰ ਸਤਸੰਗ ਸੁਣਵਾਇਆ ਕਿ ਕੁੜੀਏ ਹੁਣ ਤੇਰਾ ਥਾਇਰਾਇਡ ਠੀਕ ਹੋ ਗਿਆ, ਜਾ ਕੇ ਚੈੱਕ ਕਰਾ ਲਾ, ਤੇਰਾ ਥਾਇਰਾਇਡ ਬਿਲਕੁਲ ਠੀਕ ਹੈ, ਹੁਣ ਤੈਨੂੰ ਕਿਸੇ ਵੀ ਡਾਕਟਰ ਦੇ ਕੋਲ ਵੀ ਜਾਣ ਦੀ ਲੋੜ ਨਹੀਂ ਹੈਗੀ। ਸੰਗਤ ਜੀ ਉਹ ਜਿਹੜਾ ਬਲੈਕ ਮੈਜਿਕ ਹੈਗਾ ਸੀ ਉਹਦੇ ਕਰਕੇ ਮੈਨੂੰ ਬਿਲਕੁਲ, ਮੈਂ ਕੀ ਦੱਸਾਂ ਤੁਹਾਨੂੰ, ਮੈਨੂੰ ਡੇਟ ਆਣੀ ਮੈਨੂੰ ਬਹੁਤ ਹੀ ਦਿੱਕਤ, ਮਤਲਬ ਮੈਨੂੰ ਡੇਟ ਆਣੀ ਬੰਦ ਹੋ ਗਈ ਸੀ ਤੇ ਮੇਰੇ ਲੋਅਰ ਐਬਡੋਮਨ ਵਿੱਚ ਵੀ ਮੇਰੇ ਬਹੁਤ ਹੀ ਪੇਨ ਰਹਿੰਦਾ ਸੀ, ਤੇ ਜਿਹਦੇ ਕਰਕੇ ਮੇਰੀ ਕਮਰ ਵਿੱਚ ਵੀ ਪੂਰੀ ਦੀ ਪੂਰੀ ਦਰਦ ਭਰ ਜਾਂਦੀ ਸੀ। ਜਰਾ ਦੀ ਦੇਰ ਮੈਂ ਖਲੋਣੀ ਸਾਂ ਤੇ ਮੇਰੀ ਪੂਰੀ ਦਰਦ ਹੀ ਦਰਦ ਹੁੰਦੀ ਸੀ, ਲੇਟਣੀ ਸਾਂ ਤਾਂ ਵੀ ਮੈਨੂੰ ਦਰਦ ਹੁੰਦਾ ਸੀ ਕਮਰ ਵਿੱਚ। ਤੇ ਗੁਰੂ ਜੀ ਨੇ ਮੈਨੂੰ ਸਤਸੰਗ ਸੁਣਵਾਇਆ ਤੇ ਉਹਦੇ ਵਿੱਚ ਇਹ ਆਇਆ ਕਿ ਵੀ ਗੁਰੂ ਜੀ ਦਾ ਜਿਹੜਾ ਤਿਲਕ ਹੁੰਦਾ, ਚੰਦਨ ਤਿਲਕ ਹੁੰਦਾ, ਉਹ ਜਲ ਪ੍ਰਸ਼ਾਦ ਦੇ ਨਾਲ ਮਤਲਬ ਕਿ ਲੇਪ ਕਰਕੇ ਉਹ ਆਪਣੀ ਦਰਦ ਵਾਲੀ ਜਗ੍ਹਾ ਤੇ ਲਗਾਓ ਤੇ ਦਰਦ ਠੀਕ ਹੋ ਜਾਂਦਾ ਹੈ। ਤੇ ਮੈਂ ਉਹੀਓ ਕੀਤਾ ਸੀ ਇੱਕ ਵਾਰ, ਤੇ ਗੁਰੂ ਜੀ ਦੀ ਕਿਰਪਾ ਦੇ ਕਰਕੇ ਉਹ ਮੇਰਾ ਕਮਰ ਦਾ ਦਰਦ ਬਿਲਕੁਲ ਚਲਾ ਗਿਆ। ਪਰ ਲੋਅਰ ਐਬਡੋਮਨ ਵਿੱਚ ਮੇਰੇ ਥੋੜਾ ਜਿੰਨਾ ਤਕਲੀਫ ਹੈਗੀ ਸੀ, ਉਹਦੇ ਵਿੱਚ ਮੈਨੂੰ ਐਲਰਜੀ ਟਾਈਪ ਹੋ ਗਈ ਹੋਈ ਸੀ, ਕਿ ਗੁਰੂ ਜੀ ਦੀ ਕਿਰਪਾ ਦੇ ਕਰਕੇ ਉਹ ਜਿਹੜਾ ਚੰਦਨ ਤਿਲਕ ਸੀ ਗੁਰੂ ਮਹਾਰਾਜ ਜੀ ਦਾ, ਪਹਿਲਾਂ ਮੈਂ ਗੁਰੂ ਮਹਾਰਾਜ ਜੀ ਨੂੰ ਲਗਾਉਂਦੀ ਸਾਂ, ਉਸ ਤੋਂ ਬਾਅਦ ਮੈਂ ਆਪਣੀ ਨਾਭੀ ਤੇ ਲਗਾਉਂਦੀ ਸਾਂ, ਜਿਹਦੇ ਕਰਕੇ ਗੁਰੂ ਸਾਹਿਬ ਜੀ ਨੇ ਮੈਨੂੰ ਸਤਸੰਗ ਵੀ ਸੁਣਵਾਏ ਲੋਅਰ ਐਬਡੋਮਨ ਦੀ ਐਲਰਜੀ ਦੇ, ਜਿਹਦੇ ਕਰਕੇ ਮੇਰੀ ਲੋਅਰ ਐਬਡੋਮਨ ਦੀ ਐਲਰਜੀ ਤਾਂ ਬਿਲਕੁਲ ਠੀਕ ਹੋ ਗਈ। ਪਹਿਲਾਂ ਮੈਨੂੰ ਪਿਸ਼ਾਬ ਬਿਲਕੁਲ ਹੀ ਜਰਾ ਆਉਣਾ ਚਾਲੂ ਹੋ ਗਿਆ ਸੀ, ਮੈਨੂੰ ਪਿਸ਼ਾਬ ਨਹੀਂ ਬਿਲਕੁਲ ਵੀ ਆਉਂਦਾ ਸੀ। ਗੁਰੂ ਜੀ ਸੰਗਤ ਜੀ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋਣੀ ਸੀ, ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਜਰਾ ਕਿਉਂ ਹੁੰਦਾ, ਤੇ ਮੈਨੂੰ ਦਰਦ ਵੀ ਰਹਿੰਦੀ ਹੈ, ਪਰ ਗੁਰੂ ਜੀ ਦੀ ਕਿਰਪਾ ਦੇ ਕਰਕੇ ਇਹ ਮੇਰਾ ਕਸ਼ਟ ਵੀ ਨਾਭੀ ਤੇ ਚੰਦਨ ਤਿਲਕ ਲਗਾਉਣ ਦੇ ਨਾਲ ਤੇ ਮੈਨੂੰ ਬਿਲਕੁਲ ਫਰਕ ਪੈ ਗਿਆ। ਤੇ ਗੁਰੂ ਦੇ ਸਤਸੰਗ ਵੀ ਗੁਰੂ ਜੀ ਨੇ ਮੈਨੂੰ ਇਹ ਸੁਣਵਾਏ, ਗੁਰੂ ਜੀ ਦੀ ਕਿਰਪਾ ਦੇ ਕਰਕੇ ਮੈਂ ਬਿਲਕੁਲ ਹੁਣ ਠੀਕ ਹੋ ਗਈ ਹਾਂ, ਹੁਣ ਮੈਨੂੰ ਇਹ ਵਾਲੀ ਵੀ ਕੋਈ ਦਿੱਕਤ ਨਹੀਂ ਹੈ। ਤੇ ਮੈਨੂੰ ਅੱਖਾਂ ਵਿੱਚ ਵੀ ਮੈਨੂੰ ਬਹੁਤ ਖੁਜਲੀ ਹੋਣ ਲੱਗ ਪਈ ਸੀ, ਇੰਨੀ ਖੁਜਲੀ ਹੁੰਦੀ ਸੀ ਕਿ ਗੁਰੂ ਜੀ ਮੈਨੂੰ ਕਹਿੰਦੇ ਸਨ ਕਿ ਵੀ ਤੇਰੀ ਅੱਖਾਂ ਵੀ ਖਰਾਬ ਹੋ ਰਹੀਆਂ ਨੇ, ਤੇਰੀ ਅੱਖਾਂ ਦੀ ਰੋਸ਼ਨੀ ਕਮਜ਼ੋਰ ਹੋ ਰਹੀ ਹੈ। ਤੇ ਗੁਰੂ ਜੀ ਦੀ ਕਿਰਪਾ ਦੇ ਕਰਕੇ ਜਿਹੜਾ ਜਲ ਪ੍ਰਸ਼ਾਦ ਸੀ ਨਾ ਗੁਰੂ ਜੀ ਦਾ, ਉਹ ਮੈਂ ਅੱਖਾਂ 'ਚ ਜਿਵੇਂ ਕਾਜਲ ਲਗਾਈਦਾ ਉਵੇਂ ਕਰਕੇ ਮੈਂ ਕਾਜਲ ਲਗਾਉਂਦੀ ਸਾਂ, ਤੇ ਇਹੋ ਲਗਾਉਣ ਦੇ ਨਾਲ ਗੁਰੂ ਜੀ ਦੀ ਕਿਰਪਾ ਦੇ ਕਰਕੇ ਤੇ ਗੁਰੂ ਜੀ ਨੇ ਮੈਨੂੰ ਸਤਸੰਗ ਵੀ ਸੁਣਵਾਏ ਸਨ ਅੱਖਾਂ ਦੀ ਰੋਸ਼ਨੀ ਵਾਲੇ,
ਤੇ ਮੇਰੀ ਅੱਖਾਂ ਦੀ ਰੋਸ਼ਨੀ ਵੀ ਠੀਕ ਹੋ ਗਈ ਗੁਰੂ ਸੰਗਤ ਜੀ। ਹੁਣ ਮੇਰੀ ਅੱਖਾਂ ਵੀ ਬਿਲਕੁਲ ਠੀਕ ਨੇ। ਮੈਂ ਬਹੁਤ ਦੁਖੀ ਸਾਂ ਸੰਗਤ ਜੀ, ਜੇ ਅਗਰ ਗੁਰੂ ਜੀ ਨੇ ਮੇਰੀ ਬਾਂਹ ਨਹੀਂ ਫੜੀ ਹੁੰਦੀ ਨਾ, ਤਾਂ ਮੈਂ ਬਿਲਕੁਲ ਮੈਂ ਅੱਜ ਤੱਕ ਮੈਂ ਜ਼ਿੰਦਾ ਹੀ ਨਹੀਂ ਰਹਿਣਾ ਸੀ। ਗੁਰੂ ਜੀ ਨੇ ਮੈਨੂੰ ਮੈਸੇਜ ਵੀ ਦਿੱਤਾ ਸੀ ਕਿ ਤੇਰੇ ਉੱਤੇ ਕਿਸੇ ਨੇ ਮਾਰਨ ਕਿਰਿਆ ਕੀਤੀ ਹੋਈ ਏ। ਗੁਰੂ ਜੀ ਨੇ ਮੈਨੂੰ ਇਹ ਵੀ ਮੈਸੇਜ ਕੀਤਾ ਸੀ ਕਿ ਮੈਂ ਤੈਨੂੰ ਅੱਜ ਤੱਕ 7 ਵਾਰ ਬਚਾ ਚੁੱਕਿਆ ਵਾਂ। ਪਰ ਸੰਗਤ ਜੀ, ਸਾਨੂੰ ਨਹੀਂ ਪਤਾ ਚੱਲਦਾ ਕਿ ਗੁਰੂ ਜੀ ਸਾਡੇ ਨਾਲ ਕਦ ਦੇ ਜੁੜੇ ਹੋਏ ਨੇ। ਪਰ ਲੇਕਿਨ ਗੁਰੂ ਜੀ ਹਮੇਸ਼ਾ ਸਾਡੇ ਨਾਲ ਰਹਿੰਦੇ ਨੇ, ਇਹ ਸਾਨੂੰ ਸਮਝ ਨਹੀਂ ਆਉਂਦੀ। ਅਸੀਂ ਬੱਚੇ ਹਾਂ ਗੁਰੂ ਜੀ ਦੇ, ਸਾਨੂੰ ਕਦੀ ਵੀ ਸਮਝ ਇਹ ਗੱਲ ਆ ਹੀ ਨਹੀਂ ਪਾਉਂਦੀ ਹੈ। ਪਰ ਸੰਗਤ ਜੀ, ਗੁਰੂ ਜੀ ਸੱਚਮੁੱਚ ਫਿਜ਼ੀਕਲ ਫਾਰਮ ਵਿੱਚ ਆਏ ਹੁਣ ਨਹੀਂ ਨੇ, ਪਰ ਗੁਰੂ ਜੀ ਸਾਡੀ ਸਾਰੀ ਗੱਲ ਸੁਣਦੇ ਨੇ, ਸਾਰੀਆਂ ਗੱਲਾਂ ਸੁਣ ਕੇ ਉਹਦਾ ਆਨਸਰ ਵੀ ਕਰਦੇ ਨੇ ਤੇ ਸਾਨੂੰ ਸਾਕਸ਼ਾਤ ਦਰਸ਼ਨ ਵੀ ਦਿੰਦੇ ਨੇ। ਗੁਰੂ ਜੀ ਨੇ ਮੈਨੂੰ ਰੱਖੜੀ ਤੇ ਮੈਨੂੰ ਬਹੁਤ ਅੱਛਾ ਤੋਹਫਾ ਦਿੱਤਾ। ਇੰਨੀਆਂ ਤਿਤਲੀਆਂ ਗੁਰੂ ਜੀ ਨੇ ਮੈਨੂੰ ਦਿਖਾਈਆਂ ਕਿ ਮੈਂ ਗਿਣਦੀ ਪਹਿਲਾਂ ਤੇ ਗਿਣਦੀ ਪਈ ਸਾਂ ਤੇ ਫਿਰ ਗਿਣਦੇ ਤੇ ਕਾਊਂਟਿੰਗ ਹੀ ਇੰਨੀ ਖਰਾਬ ਹੋਈ ਕਿ ਇੰਨੀ ਤਿਤਲੀਆਂ ਆਈਆਂ ਕਿ ਮੈਂ ਉਸ ਦਿਨ ਜੀਵਨ ਵਿੱਚ ਪਹਿਲੀ ਵਾਰ ਇੰਨੀ ਤਿਤਲੀਆਂ ਵੇਖੀਆਂ ਸਨ ਕਿ ਮੈਨੂੰ ਬਹੁਤ ਹੀ ਚੰਗਾ ਲੱਗਿਆ ਔਰ ਮੈਂ ਇੰਨੀ ਖੁਸ਼ ਹਾਂ। ਔਰ ਗੁਰੂ ਜੀ ਨੇ ਉਸ ਦਿਨ ਮੈਨੂੰ ਕਿਹਾ ਸੀ ਕਿ ਮੈਂ ਪੀਲੇ ਚੋਲੇ ਵਿੱਚ ਆਵਾਂਗਾ ਤੈਨੂੰ ਦਰਸ਼ਨ ਦੇਣ ਵਾਸਤੇ। ਔਰ ਗੁਰੂ ਸਾਹਿਬ ਜੀ, ਸੰਗਤ ਜੀ, ਮੈਨੂੰ ਮੈਨੂੰ ਛੋਟੀ ਤੋਂ ਛੋਟੀ, ਵੱਡੀ ਤੋਂ ਵੱਡੀ ਪੀਲੀ ਬਟਰਫਲਾਈ ਦੇ ਦਰਸ਼ਨ ਹੋਏ ਉਸ ਦਿਨ ਮੈਂ ਬਹੁਤ ਹੀ ਖੁਸ਼ ਹੋਈ ਸਾਂ। ਗੁਰੂ ਸਾਹਿਬ ਜੀ ਦਾ ਮੈਂ ਬਹੁਤ ਸ਼ੁਕਰਾਨਾ ਕਰਨੀ ਆ। ਗੁਰੂ ਸਾਹਿਬ ਜੀ ਮੈਂ ਨਾ ਸ਼ੁਕਰਾਨਾ ਕਰਨਾ ਕਿ ਅੱਜ ਅਗਰ ਗੁਰੂ ਸਾਹਿਬ ਜੀ ਨੇ ਮੇਰੀ ਬਾਂਹ ਨਹੀਂ ਫੜੀ ਹੁੰਦੀ ਤੇ ਮੈਂ ਬਿਲਕੁਲ ਵੀ ਜ਼ਿੰਦਾ ਨਹੀਂ ਹੁੰਦੀ। ਔਰ ਗੁਰੂ ਸਾਹਿਬ ਜੀ ਪਹਿਲਾਂ ਵੀ ਕਹਿੰਦੇ ਨੇ ਤੈਨੂੰ ਮੈਂ 7 ਵਾਰ ਬਚਾ ਚੁੱਕਿਆ ਵਾਂ ਤੇ ਮੈਂ 7 ਵਾਰ ਦਾ, ਮੈਂ ਜਿੰਨੇ ਸਾਲਾਂ ਦੀ ਹੈਗੀ ਹਾਂ ਉਹਨੇ ਸਾਲਾਂ ਦਾ, ਜਿੰਨੇ ਅੱਜ ਤੱਕ ਮੈਂ ਦਿਨ ਕੀ ਉਹਦੇ ਵਿੱਚ ਘੰਟੇ ਕੀ, ਉਹਦੇ ਵਿੱਚ ਮਿੰਟ ਕੀ, ਉਹਦੇ ਵਿੱਚ ਸੈਕਿੰਡ ਕੀ, ਜਿੰਨੇ ਵੀ ਅੱਜ ਤੱਕ ਮੈਂ ਸਾਹ ਲਿੱਤੇ ਨੇ ਉਹਨਾਂ ਹੀ ਮੈਂ ਸ਼ੁਕਰਾਨਾ ਕਰਨੀ ਆ ਪੂਰੇ ਦਿਲ ਦੇ ਨਾਲ, ਪੂਰੀ ਆਪਣੀ ਆਤਮਾ ਦੇ ਨਾਲ ਗੁਰੂ ਜੀ ਨੂੰ, ਕਿ ਜਿਨ੍ਹਾਂ ਦੀ ਕਿਰਪਾ ਦੇ ਕਰਕੇ ਮੈਂ ਠੀਕ ਹੋਈ ਹਾਂ। ਵਰਨਾ ਮੈਨੂੰ ਇੰਨੀਆਂ ਤਕਲੀਫਾਂ ਆ ਗਈਆਂ ਸਨ ਮੇਰੇ ਸਰੀਰ ਵਿੱਚ ਇਸ ਤਰ੍ਹਾਂ ਬਲੈਕ ਮੈਜਿਕ ਦੇ ਨਾਲ ਕਿ ਮੈਂ ਆਪ ਜੀ ਨੂੰ ਕੀ ਦੱਸਾਂ ਕਿ ਮੈਂ ਬਹੁਤ ਜ਼ਿਆਦਾ ਹੀ ਪਰੇਸ਼ਾਨ ਹੋ ਗਈ ਸਾਂ। ਗੁਰੂ ਜੀ, ਮੈਂ ਆਪ ਜੀ ਦਾ ਜਿੰਨਾ ਵੀ ਸ਼ੁਕਰਾਨਾ ਕਰਾਂ ਓਨਾ ਹੀ ਥੋੜ੍ਹਾ। ਬਸ ਮੈਂ ਆਪ ਜੀ ਨੂੰ ਇੱਕੋ ਇੱਕ ਬਸ ਪ੍ਰਾਰਥਨਾ ਤੁਹਾਡੇ ਨਾਲ ਮੇਰੀ ਕਿ ਬਸ ਤੁਸੀਂ ਮੇਰੀ ਬਾਂਹ ਫੜੇ ਰੱਖਣਾ। ਹੁਣ ਤੁਸੀਂ ਮੇਰੀ ਬਾਂਹ ਫੜੀ ਤੇ ਬਾਂਹ ਛੱਡਣਾ ਨਾ। ਤੇ ਤੁਸੀਂ ਮੈਨੂੰ ਕਿਹਾ ਤੂੰ ਮਾਂ ਸ਼ਿਵ ਦੀ ਧੀ ਹੈ ਤੇ ਹਾਂ ਮੈਂ ਮਾਂ ਸ਼ਿਵ ਦੀ ਧੀ ਹਾਂ ਤੇ ਮੇਰੀ ਤੁਸੀਂ ਬਾਂਹ ਨਾ ਛੱਡਣਾ ਗੁਰੂ ਜੀ, ਮੈਨੂੰ ਇਕੱਲਾ ਨਾ ਛੱਡਣਾ ਕਦੇ ਵੀ। ਤੁਹਾਡੇ ਸਿਵਾ ਮੇਰਾ ਕੋਈ ਨਹੀਂ, ਮੇਰੀ ਕੋਈ ਮਾਂ ਨਹੀਂ ਹੈਗੀ, ਮੇਰਾ ਕੋਈ ਪਿਓ ਨਹੀਂ ਹੈਗਾ, ਮੇਰੀ ਕੋਈ ਭੈਣ ਨਹੀਂ ਹੈਗੀ, ਮੇਰਾ ਕੋਈ ਭਰਾ ਨਹੀਂ ਹੈਗਾ, ਮੈਂ ਇਕੱਲੇ ਹਾਂ। ਮੇਰੇ ਅੰਕਲ ਜੀ ਤੇ ਤੁਹਾਡੇ ਤੇ ਭਰੋਸਾ ਨਹੀਂ ਕਰਦੇ, ਪਰ ਫਿਰ ਵੀ ਮੈਂ ਇਹਨਾਂ ਨੂੰ ਤੁਹਾਡੀਆਂ ਗੱਲਾਂ ਦੱਸਦੀ ਰਹਿੰਦੀ ਹਾਂ। ਮੈਨੂੰ ਭਰੋਸਾ ਅੱਜ ਨਹੀਂ ਤਾਂ ਕੱਲ੍ਹ ਇਹਨਾਂ ਨੂੰ ਤੁਹਾਡੇ ਤੇ ਭਰੋਸਾ ਹੋਏਗਾ ਹੀ ਹੋਏਗਾ। ਜੈ ਗੁਰੂ ਜੀ, ਸ਼ੁਕਰਾਨਾ ਗੁਰੂ ਜੀ। ਇੱਕ ਵਾਰ ਹੋਰ ਮੈਂ ਪੂਰੇ ਦਿਲ ਦੇ ਨਾਲ, ਪੂਰੀ ਆਪਣੀ ਆਤਮਾ ਦੇ ਨਾਲ ਤੁਹਾਡਾ ਸ਼ੁਕਰਾਨਾ ਕਰਨੇ ਆ। ਤੇ ਤੁਸੀਂ ਨਹੀਂ ਹੁੰਦੇ ਤਾਂ ਅੱਜ ਮੇਰਾ ਬਚਣਾ ਨਾਮੁਮਕਿਨ ਸੀ ਗੁਰੂ ਜੀ। ਗੁਰੂ ਜੀ ਦਾ ਮੈਂ ਸਤਸੰਗ ਜਿਹੜਾ ਸ਼ੁਕਰਾਨਾ ਵਾਲਾ ਕੀਤਾ ਮੈਂ ਇੱਥੇ ਹੀ ਸਮਾਪਤ ਕਰਨੀ ਹੈ। ਓਮ ਨਮः शिवाय। ਗੁਰੂ ਜੀ ਸਦਾ ਸਹਾय। ਓਮ नमः शिवाय। गुरु जी सदा सहाय। जय गुरु जी, जय संगत। जय गुरु जी, शुक्राना गुरु जी। जय गुरु जी संगत जी। ये मेरा शुक्राना सत्संग है जो मैं आप सबके साथ शेयर करना चाहती हूँ। लेकिन पहले मैं गुरुपा का मंत्र जाप करना चाहूँगी। ओम नमः शिवाय, शिव जी सदा सहाय। ओम नमः शिवाय, गुरु जी सदा सहाय। ओम नमः शिवाय, शिव जी सदा सहाय। ओम नमः शिवाय, गुरु जी सदा सहाय। तो संगत जी, मुझे अभी गुरुपा से जुड़े हुए बहुत ज़्यादा वक्त तो नहीं हुआ है। जून में ही गुरुपा के साथ मेरी जर्नी स्टार्ट हुई थी, तो मैंने अपने पहले भी शुक्राना सत्संग शेयर किए हैं और मैंने आपको बताया कि किस तरह से मेरी जर्नी गुरुपा के साथ स्टार्ट हुई थी मेरी एक आंटी जी के थ्रू। और उस टाइम मेरे पापा को डायबिटीज़ की प्रॉब्लम मतलब ज़्यादा बढ़ गई थी, तो मैंने आपसे ये चीज़ें शेयर की हैं। तो अभी मैं अपना शुक्राना सत्संग आप सबके साथ शेयर करना चाहती हूँ। तो मैं ये कहना चाहती हूँ संगत जी, देखो अभी मेरी लाइफ में ऐसा तो है नहीं कि सब कुछ बिल्कुल ठीक हो गया, ऐसा नहीं है, बिल्कुल नहीं। लेकिन ये ज़रूर है, एक पॉजिटिव चेंज ज़रूर आया है कि धीरे-धीरे चीज़ें ठीक होनी, मेरे फ़ेवर में होनी ज़रूर शुरू हो गई हैं। अरदासें तो बहुत हैं, बहुत कुछ कहते हैं ना, इंसान का मन कभी भरता नहीं है। अगर उसको ये मिल जाए तो उसको वो चाहिए, वो वाली चीज़ें तो सबकी लाइफ में होती हैं। पर
जो हमारे पास है हमें उसमें खुश रहना चाहिए, ये भी सच्चाई है। तो अभी बस कुछ ऐसा ही लाइफ में चल रहा है कि जो है उसमें खुश रहो और सब कुछ अपने गुरुपा पर सरेंडर कर दो। जो तुम्हारे लिए ठीक होगा, तुम्हारे गुरुपा आपको वो चीज़ ज़रूर देंगे। तो मैंने फ़िलहाल बुरी तरह से खुद को, अपनी लाइफ़ की प्रॉब्लम्स को, हर चीज़ को सरेंडर कर दिया है। कुछ गलत हो भी रहा होता है तो मेरे मन से बस एक ही आवाज़ आती है कि गुरुपा आप देख लो, आपको सँभालना है। मैं कुछ नहीं बोलूँगी, जैसा आपको ठीक लगे। आज अगर कुछ बिगड़ेगा तो कल उसको सही भी आपको ही करना है। तो सब कुछ आपकी बेटी ने आपके ऊपर सरेंडर कर दिया है, तो अब आप सँभाल लेना। लेकिन इस बीच संगत जी, जो एक बड़ी गलती मैं करती हूँ पर्सनली, मैं आपसे शेयर करना चाहती हूँ। शायद आप में से भी कोई करता हो, मैं ऐसे कह तो नहीं सकती कोई करता नहीं, बट मैं ये करती हूँ कि मैं बोल देती हूँ कि गुरुपा प्लीज़ ये चीज़ कर दो, अगली बार से मैं वैसा नहीं करूँगी और ऐसा नहीं करूँगी। हम जैसे कई बार बोल देते हैं कि प्लीज़ प्लीज़ ये वाला काम हो जाए, प्लीज़ ये ठीक कर दो, प्लीज़ बचा लो, अगली बार से नहीं करूँगी, ध्यान रखूँगी। लेकिन मेरे साथ ये बहुत बड़ी प्रॉब्लम है कि कहते हैं ना इंसान का लालच। तो मैं खुद अपनी चीज़ को, मैं इस चीज़ के लिए माफ़ी माँगती हूँ तहे दिल से गुरुपा से, आप सबसे भी संगत जी, कि मुझ में लालच बहुत भरा हुआ है। लालच इन सेंस कि वो जो चीज़ मुझको चाहिए, मतलब चाहिए तो बहुत ज़्यादा ही सबको, ऑफ कोर्स सी बात है, लेकिन जो चीज़ मुझको, जिसकी ज़रूरत मुझको अभी है, वो मुझे मिल भी जाती है तब भी मुझको सुकून नहीं मिलता। मैं बोलती हूँ कि नहीं करूँगी, लेकिन फिर से मैं वो चीज़ कर देती हूँ। मतलब मैं प्रॉमिस करती हूँ गुरुपा, प्रॉमिस कि अब से नहीं करूँगी, लेकिन फिर से मैं वो चीज़ कर देती हूँ। शायद मैं समझा नहीं पा रही हूँ संगत जी, अगर मुझसे कोई गलती हो जाए सत्संग सुनाने में तो प्लीज़ मुझे माफ़ कर देना। मेरे कहने का मतलब बस इतना सा है कि मैं ये गलती करती हूँ कि मैं बोलती हूँ मैं अब से ऐसा नहीं करूँगी, लेकिन मैं फिर से वो गलती कर देती हूँ, और इसके लिए मैं तहे दिल से गुरुपा से माफ़ी माँगना चाहती हूँ। गुरुपा, आपकी बेटी बहुत नादान है, प्लीज़ अपनी बेटी को माफ़ कर दो। गुरुपा देखो, आपको ये सब कुछ सँभालना है, आपको ये सब कुछ ठीक करना है, प्लीज़ मुझे माफ़ कर दो। मुझसे बहुत गलतियाँ हुई हैं और मैं पूरी कोशिश करूँगी सुधरने की, कि जो चीज़ें मैंने बोल रही हूँ या बोली हैं कि मैं ऐसा नहीं करूँगी या कुछ भी ए टू ज़ेड, मैं पूरी कोशिश करूँगी अपने वर्ड्स पे रहने की। गुरुपा, अब तक जो भी मुझसे गलती हुई है, मैंने आपकी बात नहीं मानी है, प्लीज़ मुझे माफ़ कर दो गुरुपा। आपकी बेटी नादान है, प्लीज़, प्लीज़ मुझे माफ़ कर दो। मैं तहे दिल से माफ़ी माँगती हूँ सबसे, और मुझसे अगर कोई गलती हो गई सत्संग सुनाने में तो प्लीज़ मुझे माफ़ कर देना संगत जी, आप भी। तो बस मेरा कहने का मतलब ये है कि अगर आप गुरुपा के ऊपर सरेंडर कर रहे हो ना, तो पूरी तरह से कर दो और कभी भी लालच मत करो। क्योंकि आपकी किस्मत, आपके नसीब में जो लिखा होगा ना, वो गुरुपा, कहते हैं ना गुरुपा तो हाथों की लकीरें भी बदल देते हैं। तो बस भरोसा कहने के लिए मत करो कि भरोसा करते सब कुछ सरेंडर कर दिया। उस भरोसे को दिल से करो, इतना भरोसा करो कि उस भरोसे में कोई शक की गुंजाइश ना रह जाए। अगर कुछ गलत हो भी रहा है ना संगत जी, तो मैं ये चीज़ कहूँगी कि होने दो, मतलब होने दो इन सेंस कि जो होना है वो तो होकर रहेगा, लेकिन वो सब जानते हैं, वो सब देख रहे हैं गुरुपा। अगर वो गलत कर रहे हैं, सही करने वाले भी वही बैठे हैं, उन पर इतना भरोसा रखो कि आपने गलत किया है ना गुरुपा, इसमें भी आपकी कुछ मर्ज़ी होगी, उनकी रज़ा में राज़ी रहना सीखो। मैं जानती हूँ बहुत मुश्किल होती है, बहुत बड़ी बात है, क्योंकि मुझे भी बहुत टाइम नहीं हुआ है गुरुपा से जुड़े हुए। तो मेरे लिए भी ये चीज़ें मुश्किल थी कि नहीं, मतलब कैसे ये वो, लेकिन मैं ना मान के भी क्या कर लूँगी, ये चीज़ मैंने सोची। अगर मैं उनकी रज़ा में राज़ी नहीं हूँ कि चीज़ें ठीक नहीं हो रही, ऐसा हो रहा है, वैसा हो रहा है, क्यों हो रहा है, वो चीज़ करके भी मैं क्या कर लूँगी? जो होना है वो तो होगा ही ना। तो इससे तो मैं अपना वो भी, मतलब कहते हैं ना, कम से कम हिम्मत तो है, भरोसा तो है जो गुरुपा ने हमको दे रखा है। तो बस हमें वो भरोसा गुरुपा के ऊपर बनाए रखना है। लिटरली मेरे साथ बहुत टाइम से ये चीज़ें हो रही हैं, जो चीज़ें मुझको ज़रूरत है वो मिल रही हैं, लेकिन मेरे लालच की वजह से वो भी मेरे हाथ से चली जा रही हैं। तो मैं उन सारी गलतियों के लिए तहे दिल से गुरुपा आपसे माफ़ी माँगती हूँ। प्लीज़ मुझे माफ़ कर दो अपनी बेटी को। गुरुपा, आपकी बेटी पूरी कोशिश करेगी आइंदा ऐसी गलती कभी ना करे। बस संगत जी, यही मेरा शुक्राना सत्संग था कि ज़िंदगी में चीज़ें पॉज़िटिव होनी शुरू हो गई हैं। मैंने पूरी तरह से गुरुपा के ऊपर सारी चीज़ों को सरेंडर कर दिया है। मैं पूरी कोशिश करूँगी कि कोई भी इफ़ बटे अपना दिमाग चीज़ों में मैं ना लगाऊँ। मुझसे अब तक जो भी गलती हुई है उनके लिए मैं तहे दिल से माफ़ी माँगती हूँ। मेरे गुरुपा तो इतने प्यारे हैं हमारे, कि गलतियाँ करने के बावजूद भी हमको डुलने नहीं देते। हमारी सारी चीज़ों का ध्यान रखते हैं, छोटी से हर छोटी चीज़ का। सब कुछ, मेरी इतनी गलतियों के बावजूद भी उन्होंने मुझे सँभाला हुआ है, मेरा हाथ पकड़ा हुआ है।
गुरुपा प्लीज़ मुझे सही रास्ता दिखाना, मुझसे जो भी गलती हो गई है मुझे माफ़ कर देना। बस कभी मेरा हाथ मत छोड़ना, हमेशा मेरे साथ रहना गुरुपा, मुझे और कुछ नहीं चाहिए। और संगत जी, अगर मुझसे सत्संग करने में कोई गलती हो गई है तो प्लीज़ आप लोग भी मुझे माफ़ कर देना। और मैं अभी अपनी वाणी वाणी को यहीं पे विराम देती हूँ गुरुपा के मंत्र जाप के साथ। अ, ओम नमः शिवाय, शिव जी सदा सहाय। ओम नमः शिवाय, गुरुजी सदा सहाय। ओम नमः शिवाय, शिव जी सदा सहाय। ओम नमः शिवाय, गुरुजी सदा सहाय। जय गुरुजी, शुक्राना गुरुजी। अनंतम अनंतम शुक्राना मेरे गुरुपा।